सारा है एक खेला, वेख्या जगदा रौनक मेला, जीवन सारा है एक खेला। दुनियादारी छड्ड के हुण तां, दुनियादारी छड्ड के हुण तां खुशियां दे विच झूम के गाइए। ओ मेरे दादा दे दर जो कोई आंदा है, भर के खुशियां दी ओ झोलियां ले जांदा है। मेरे दादा दे दर जो कोई आंदा है, भर के खुशियां दी ओ झोलियां ले जांदा है। खुशियां केड़े साडे वेड़े, खुशियां केड़े साडे वेड़े, खुशियां केड़े साडे वेड़े। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਖੁਸ਼ੀਆਂ ਖੇੜੇ ਸਾਡੇ ਵੇੜੇ 'ਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਗੱਲ ਕਰ ਰਹੇ ਸੀ ਕਿ ਕਿਵੇਂ ਜੀਵਨ ਵਿੱਚ ਸੰਤੁਲਨ ਲੈ ਕੇ ਆਉਣਾ ਹੈ ਔਰ ਸਾਡੇ ਜੀਵਨ 'ਚ ਇਹ ਬੈਲੈਂਸ ਕਿਉਂ ਜ਼ਰੂਰੀ ਹੁੰਦਾ ਹੈ। ਇੱਕ ਹੋਰ ਇਹਦੇ ਨਾਲ ਜੁੜੀ ਹੋਈ ਚੀਜ਼ ਹੈ ਜੋ ਹੈ ਆਧਿਆਤਮਿਕਤਾ। ਸਾਡੇ ਹਰ ਇੱਕ ਪਹਿਲੂ 'ਚ ਆਧਿਆਤਮਿਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਸਪਿਰਿਚੁਅਲ ਹੋਵੇ, ਲੇਕਿਨ ਇਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਿਥ ਵੀ ਨੇ। ਲੋਕੀ ਸੋਚਦੇ ਨੇ ਅਗਰ ਅਸੀਂ ਆਧਿਆਤਮਿਕ ਹੋ ਗਏ ਤਾਂ ਅਸੀਂ ਸੰਸਾਰਿਕ ਜੀਵਨ 'ਚ ਨਹੀਂ ਰਹਿ ਪਾਵਾਂਗੇ। ਅੱਜ ਇਸੇ ਬਾਰੇ ਆਪਾਂ ਗੱਲ ਕਰਨੇ ਆ ਔਰ ਮੇਰੇ ਨਾਲ ਸਟੂਡੀਓ 'ਚ ਨੇ ਮੈਲਬਨ ਤੋਂ ਆਏ ਹੋਏ ਸਿਸਟਰ ਆਰਤੀ ਜੀ, ਜੋ ਕਿ ਖੁਦ ਸੰਸਾਰਿਕ ਜੀਵਨ 'ਚ ਵੀ ਰਹਿੰਦੇ ਨੇ ਔਰ ਆਧਿਆਤਮਿਕਤਾ ਦੇ ਨਾਲ ਵੀ ਜੁੜੇ ਹੋਏ ਨੇ। ਆਈਏ ਇਹਨਾਂ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ। ਸਿਸਟਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ 'ਚ। ਓਮ ਸ਼ਾਂਤੀ। ਓਮ ਸ਼ਾਂਤੀ, ਥੈਂਕ ਯੂ। ਜਿੱਦਾਂ ਇੱਕ ਬੈਲੈਂਸ ਆਫ ਲਾਈਫ ਦੀ ਆਪਾਂ ਗੱਲ ਕਰ ਰਹੇ ਹਾਂ ਔਰ ਸਾਡੀ ਇੱਕ ਕੜੀ ਵੀ ਚੱਲਦੀ ਆ ਰਹੀ ਹੈ, ਇਸ ਕਰਕੇ ਹੀ ਅੱਜ ਮਤਲਬ ਮੈਨੂੰ ਲੱਗਦਾ ਹੈ ਕਿ ਤੁਹਾਡਾ ਜੋ ਐਕਸਪੀਰੀਅੰਸ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਕੰਮ ਆ ਸਕਦਾ ਹੈ। ਤੁਸੀਂ ਇੰਨੀ ਛੋਟੀ ਏਜ 'ਚ ਸਪਿਰਿਚੁਅਲਿਟੀ ਨਾਲ ਜੁੜ ਗਏ ਹੋ, ਆਧਿਆਤਮਿਕਤਾ ਨਾਲ ਜੁੜ ਗਏ ਹੋ, ਅਤੇ ਤੁਹਾਡੀ ਇਹ ਸ਼ੁਰੂਆਤ ਕਿੱਥੋਂ ਹੋਈ? ਉਹ ਲਿੰਕ ਤੁਹਾਨੂੰ ਕਿੱਥੋਂ ਮਿਲਿਆ? ਮੈਂ ਵੈਸੇ ਤਾਂ ਬਚਪਨ ਤੋਂ ਹੀ ਬਹੁਤ ਜ਼ਿਆਦਾ ਮੰਦਿਰ ਗੁਰਦੁਆਰੇ ਜਾਂਦੀ ਸੀਗੀ ਤੇ ਇੱਕ ਲਿੰਕ ਆਲਰੇਡੀ ਐਸਟੈਬਲਿਸ਼ਡ ਸੀਗਾ ਪਰਮਾਤਮਾ ਨਾਲ। ਛੋਟੀ ਏਜ ਤੋਂ ਹੀ ਐਸਟੈਬਲਿਸ਼ ਹੋ ਗਿਆ ਸੀ? ਜੀ ਬਿਲਕੁਲ। ਤਾਂ ਜਦੋਂ ਮੈਂ ਜਦੋਂ ਵੀ ਮੰਦਿਰ ਜਾਂਦੀ ਸੀ, ਗੁਰਦੁਆਰੇ ਜਾਂਦੀ ਸੀਗੀ, ਪੂਜਾ ਪਾਠ ਕਰਕੇ, ਜਿੱਦਾਂ ਸਾਡੇ ਮੰਮੀ ਪਾਪਾ ਨੇ ਸਾਨੂੰ ਸਿਖਾਇਆ ਕਿ ਉੱਥੇ ਜਾ ਕੇ ਇਹ ਕਰਨਾ ਹੈ, ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ। ਬਹੁਤ ਸਾਰੀ ਰਿਚੁਅਲਸ ਵੀ ਮੈਂ ਪੂਰੇ ਕਰਦੀ ਸੀਗੀ। ਪਰ ਕਿਤੇ ਨਾ ਕਿਤੇ ਦਿਲ ਵਿੱਚ ਸੀਗਾ ਕਿ ਲਾਈਫ ਵਿੱਚ ਮੈਂ ਸਿੱਖਿਆ ਕਿ ਇੰਨਾ ਸਭ ਕੁਝ ਅਚੀਵ ਕਰਨ ਤੋਂ ਬਾਅਦ ਵੀ, ਕਿਉਂਕਿ ਮੈਂ ਘਰ ਵਿੱਚ ਸਭ ਤੋਂ ਛੋਟੀ ਸੀਗੀ, ਬਹੁਤ ਲਾਡ ਪਿਆਰ ਨਾਲ ਪਲੀ ਵੀ, ਮੇਰੀ ਸਾਰੀ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਮੈਂ ਫਿਰ ਇੰਜੀਨੀਅਰਿੰਗ ਵੀ ਕਰ ਲਿੱਤੀ, ਮੈਂ ਜੌਬ ਵੀ ਕੀਤੀ, ਓਵਰਸੀਜ਼ ਚਲੀ ਗਈ, ਹਸਬੈਂਡ ਵੀ ਬਹੁਤ ਅੱਛੇ ਮਿਲ ਗਏ। ਲਾਈਫ ਵਿੱਚ ਬੇਸਿਕਲੀ ਸਾਰਾ ਕੁਝ ਮੈਂ ਅਚੀਵ ਕਰ ਲਿੱਤਾ ਸੀਗਾ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਕਿ ਮੈਂ ਫਿਰ ਵੀ ਸਿੱਖਿਆ ਕੀ ਹੈ, ਉੱਥੇ ਕੋਈ ਕਮੀ ਸੀ, ਕੋਈ ਇਹੋ ਜਿਹੀ ਚੀਜ਼ ਸੀ ਜੋ ਪੂਰੀ ਨਹੀਂ ਹੋ ਪਾ ਰਹੀ ਸੀ, ਜੋ ਅੰਦਰ ਦੀ ਤਲਾਸ਼ ਹੈ, ਜੋ ਅਸੀਂ ਲੱਭਦੇ ਰਹਿੰਦੇ ਹਾਂ ਕਿ ਸਮਥਿੰਗ ਇਜ਼ ਮਿਸਿੰਗ। ਔਰ ਉਹ ਤਲਾਸ਼ ਅਸੀਂ ਉਸ ਚੀਜ਼ ਤੋਂ ਦੇਖ ਸਕਦੇ ਹਾਂ ਕਿ ਅਗਰ ਛੋਟੀ ਛੋਟੀ ਸਿਚੁਏਸ਼ਨਸ ਵਿੱਚ ਮੈਂ ਅਗਰ ਆਪਣੇ ਆਪ ਨੂੰ ਅਪਸੈਟ ਕਰ ਲੈਂਦੀ ਹਾਂ, ਇਹਦਾ ਮਤਲਬ ਲਾਈਫ ਵਿੱਚ ਇੰਨਾ ਸਭ ਕੁਝ ਅਚੀਵ ਕਰਨ ਤੋਂ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਕਮੀ ਹੈ ਅੰਦਰ, ਜਿਹਦੇ ਕਾਰਨ ਮੈਂ ਆਪਣੇ ਆਪ ਨੂੰ ਇੰਨਾ ਅਪਸੈਟ ਕਰ ਲੈਂਦੀ ਹਾਂ। ਤੇ ਉਹ ਇੱਕ ਇੰਡੀਕੇਸ਼ਨ ਸੀਗਾ ਕਿ ਕਿਹੜੀ ਐਸੀ ਚੀਜ਼ ਹੈ ਜਿਹੜੀ ਹਲੇ ਵੀ ਪੂਰੀ ਨਹੀਂ ਹੋਈ ਅੰਦਰ। ਤਾਂ ਮੈਂ ਫਿਰ ਮੇਰੀ ਤਲਾਸ਼ ਜਾਰੀ ਸੀਗੀ। ਜਦੋਂ ਤੁਸੀਂ ਮੈਰਿਜ ਕਰਕੇ ਮੈਲਬਨ ਗਏ, ਆਈ ਥਿੰਕ ਤੁਸੀਂ ਹਲੇ ਵੀ ਮੈਲਬਨ ਹੀ ਰਹਿੰਦੇ ਹੋ, ਤੇ ਜਿੱਥੋਂ ਤੱਕ ਮੈਂ ਸੁਣਿਆ ਹੈ ਕਿ ਉਸ ਤੋਂ ਬਾਅਦ ਤੁਸੀਂ ਆਧਿਆਤਮਿਕਤਾ ਦੇ ਨਾਲ ਪੂਰੇ ਕੰਪਲੀਟਲੀ ਜੁੜ ਗਏ ਔਰ ਤੁਸੀਂ ਆਪਣੀ ਫੈਮਿਲੀ ਨੂੰ ਵੀ ਜੋੜਿਆ। ਤੇ ਉਹਦੇ ਬਾਰੇ ਕੁਝ ਦੱਸੋ ਕਿ ਤੁਸੀਂ ਕਿਵੇਂ ਡਿਸਾਈਡ ਕੀਤਾ ਕਿ ਤੁਸੀਂ ਇਸ ਮਾਰਗ ਤੇ ਚੱਲਣਾ ਹੈ? ਮੇਰੇ ਮੰਮੀ ਸਿਸਟਰ ਸ਼ਿਵਾਨੀ ਦਾ ਪ੍ਰੋਗਰਾਮ ਦੇਖਦੇ ਸੀਗੇ, ਟੀਵੀ ਤੇ ਆਉਂਦਾ ਸੀਗਾ, ਤੇ ਉਹਨਾਂ ਨੇ ਮੈਨੂੰ ਵੀ ਐਡਵਾਈਸ ਕੀਤਾ ਕਿ ਉਹ ਕਾਫੀ ਪ੍ਰੈਕਟੀਕਲ ਗੱਲਾਂ ਡਿਸਕਸ ਕਰਦੇ ਨੇ ਤੇ ਸਾਨੂੰ ਉਹ ਦੇਖਣਾ ਚਾਹੀਦਾ, ਇਟ ਵਿਲ ਬੀ ਵੈਰੀ ਗੁੱਡ। ਤੇ ਮੈਂ ਵੀ ਸ਼ੁਰੂ ਕੀਤਾ ਦੇਖਣਾ, ਮੈਂ YouTube ਤੇ ਸਰਚ ਕੀਤਾ, ਮੈਨੂੰ ਉਹਨਾਂ ਦੀ ਬਹੁਤ ਸਾਰੀ ਵੀਡੀਓਜ਼ ਦਿਖ ਗਈਆਂ, ਕਾਫੀ ਸਾਰੇ ਟੌਪਿਕਸ ਦੇ ਉੱਪਰ, ਐਂਗਰ ਮੈਨੇਜਮੈਂਟ ਔਰ ਹੈਪੀਨੈਸ ਇੰਡੈਕਸ, ਸੋ ਮੈਨੀ ਟੌਪਿਕਸ। ਮੈਂ ਉਹ ਸਰਚ ਕੀਤਾ, ਮੈਨੂੰ ਬਹੁਤ ਅੱਛਾ ਲੱਗਿਆ ਔਰ ਉਹ ਦੇਖ ਕੇ ਮੈਨੂੰ ਇੱਦਾਂ ਲੱਗਿਆ ਕਿ ਸ਼ਾਇਦ ਮੇਰੀ ਤਲਾਸ਼ ਖਤਮ ਹੋ ਗਈ ਹੈ। ਪਰ ਫਿਰ ਪ੍ਰੋਗਰਾਮ ਦੇ ਐਂਡ ਵਿੱਚ ਉਹ ਵੀ ਹਮੇਸ਼ਾ ਦੱਸਦੇ ਸੀਗੇ ਕਿ ਸਾਡੇ ਵਰਲਡ ਵਾਈਡ ਸੈਂਟਰਸ ਹੈਗੇ ਨੇ, ਤੁਸੀਂ ਜਾ ਕੇ ਕੋਰਸ ਕਰੋ। ਫਿਰ ਮੈਂ ਸੋਚਿਆ ਕਿ ਇੱਕ ਸਟੈਪ ਅੱਗੇ ਕੀਤਾ ਜਾਏ, ਤੇ ਮੈਂ ਸਰਚ ਕੀਤਾ ਉਹਨਾਂ ਦੇ ਸੈਂਟਰ, ਜੋ ਕਿ ਮੇਰੇ ਘਰ ਤੋਂ ਸਿਰਫ 5 ਮਿੰਟਸ ਦੇ ਵਾਕਿੰਗ ਡਿਸਟੈਂਸ ਤੇ ਸੀਗਾ ਫੋਰਚੂਨੇਟਲੀ। ਤਾਂ ਮੈਂ ਉਸ ਸੈਂਟਰ ਤੇ ਗਈ ਔਰ ਮੈਂ ਰਾਜ ਯੋਗਾ ਦਾ 7 ਡੇਜ਼ ਦਾ ਕੋਰਸ ਕੀਤਾ। ਉੱਥੇ ਮੈਲਬਨ ਵਿੱਚ ਹੀ ਕੀਤਾ? ਮੈਲਬਨ ਵਿੱਚ ਕੀਤਾ, ਯੈਸ। ਓਕੇ। ਤੇ ਉਹ ਕੋਰਸ ਕਰਨ ਤੋਂ ਬਾਅਦ ਫਿਰ
ਮੈਂ ਵੀਡੀਓਜ਼ ਨੂੰ ਦੇਖਣਾ ਸਟਾਪ ਨਹੀਂ ਕੀਤਾ, ਮੈਂ ਕੰਟੀਨਿਊਸਲੀ ਦੇਖਦੀ ਗਈ। ਹਾਂਜੀ ਬਟ ਆਫਟਰ ਡੂਇੰਗ ਦ ਕੋਰਸ ਮੈਂ ਰਿਅਲਾਈਜ਼ ਕੀਤਾ ਕਿ ਜੋ ਮੇਰੀ ਅੰਡਰਸਟੈਂਡਿੰਗ ਪਹਿਲੇ ਸੀਗੀ ਉਹ ਵੀਡੀਓਜ਼ ਨੂੰ ਦੇਖ ਕੇ, ਜੋ ਮੈਂ ਪਹਿਲੇ ਸਮਝਦੀ ਸੀਗੀ, ਹਾਂਜੀ ਕੋਰਸ ਕਰਨ ਤੋਂ ਬਾਅਦ ਉਹ ਅੰਡਰਸਟੈਂਡਿੰਗ ਹੋਰ ਜ਼ਿਆਦਾ ਰਿਫਾਈਨ ਹੁੰਦੀ ਗਈ, ਕਲੀਅਰ ਹੋ ਗਏ। ਬਹੁਤ ਕਲੀਅਰ ਹੋ ਗਈ। ਕਿਉਂਕਿ ਹਾਂਜੀ। ਰਾਜ ਯੋਗਾ ਕੋਰਸ ਜਿਸ ਤਰ੍ਹਾਂ ਇੱਕ ਫਾਊਂਡੇਸ਼ਨ ਮੈਂ ਕੀਤਾ ਔਰ ਉਹਦੇ ਉੱਪਰ ਮੈਂ ਫਿਰ ਬਿਲਡ ਅਪ ਕੀਤਾ ਕਿ ਸਪਿਰਿਚੁਅਲਿਟੀ ਕੀ ਹੈ, ਕਿਸ ਤਰ੍ਹਾਂ ਮੈਂ ਉਹਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਇੰਪਲੀਮੈਂਟ ਕਰ ਸਕਦੀ ਹਾਂ। ਹਾਂਜੀ ਉਹਨਾਂ ਦੇ ਜਿਹੜੇ ਟੌਪਿਕਸ ਨੇ ਜਾਂ ਜੋ ਵੀ ਉਹ ਡਿਸਕਸ ਕਰਦੇ ਨੇ, ਸਾਨੂੰ ਸੁਣ ਕੇ ਲੱਗਦਾ ਹੈ ਕਿ ਉਹ ਬਹੁਤ ਆਸਾਨ ਨੇ ਲਾਈਫ ਵਿੱਚ ਇੰਪਲੀਮੈਂਟ ਕਰਨਾ, ਪਰ ਕਈ ਵਾਰੀ ਸਿਚੁਏਸ਼ਨ ਆ ਜਾਂਦੀ ਹੈ, ਫਿਰ ਸਾਨੂੰ ਲੱਗਦਾ ਹੈ ਕਿ ਨਹੀਂ, ਡਿਫਿਕਲਟ ਹੈ। ਬੋਲਣਾ ਬਹੁਤ ਸੌਖਾ ਹੈ, ਲੇਕਿਨ ਪ੍ਰੈਕਟੀਕਲ ਲਾਈਫ 'ਚ ਪੋਸੀਬਲ ਨਹੀਂ ਹੈ। ਬਿਲਕੁਲ ਠੀਕ। ਤੇ ਜੇ ਤੁਹਾਡੀ ਪ੍ਰੈਕਟੀਕਲ ਲਾਈਫ ਦੀ ਮੈਂ ਗੱਲ ਕਰਾਂ ਤੇ ਜਦੋਂ ਤੁਸੀਂ ਇਸ ਪਾਸੇ ਜੁੜੇ ਤੇ ਤੁਸੀਂ ਇਹ ਸਭ ਚੀਜ਼ਾਂ ਕਿਵੇਂ, ਕਿਸ ਫੀਲਡ 'ਚ ਤੁਸੀਂ ਪ੍ਰੈਕਟੀਕਲ ਚੀਜ਼ਾਂ ਨੂੰ ਇਹ ਕੀਤਾ? ਵੈਲ ਮੈਂ ਕਹਾਂਗੀ ਕਿ ਹਰ ਲਾਈਫ ਦੇ ਹਰ ਪਹਿਲੂ ਵਿੱਚ, ਬੇਸ਼ੱਕ ਉਹ ਮੇਰੀ ਪਰਸਨਲ ਲਾਈਫ ਹੋਵੇ, ਮੇਰੀ ਪ੍ਰੋਫੈਸ਼ਨਲ ਲਾਈਫ ਹੋਵੇ, ਮੇਰੀ ਫੈਮਿਲੀ ਲਾਈਫ ਹੋਵੇ ਜਾਂ ਸਪਿਰਿਚੁਅਲ ਲਾਈਫ ਹੋਵੇ, ਹਰ ਇੱਕ ਪਹਿਲੂ ਵਿੱਚ ਇੱਕ ਬੈਲੈਂਸ ਲੈ ਕੇ ਆਉਣਾ, ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਮਦਦ ਮਿਲੀ। ਆਪਣੇ ਰਿਲੇਸ਼ਨਸ਼ਿਪਸ ਨੂੰ ਅਸੀਂ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ, ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਸਾਨੂੰ ਕਾਫੀ ਟਾਈਮ ਤੋਂ ਅੰਦਰ ਹੀ ਅੰਦਰ ਅਸੀਂ ਸਾਰਿਆਂ ਨੂੰ ਕੁਛ ਨਾ ਕੁਛ ਐਵੇਂ ਦੀ ਗੱਲ ਹੁੰਦੀ ਹੈ ਜਿਹੜੀ ਕਿ ਇੱਕ ਮਨ ਦੇ ਇੱਕ ਕੋਨੇ 'ਚ ਕਿਤੇ ਬੈਠੀ ਹੁੰਦੀ ਹੈ ਤੇ ਉਹ ਟ੍ਰਿਗਰ ਹੁੰਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਫਿਰ ਉਹੀ, ਮੈਂ ਇਨਫੈਕਟ ਉਹੀ ਪੁੱਛਣਾ ਚਾਹ ਰਹੀ ਸਾਂ ਕਿ ਕੋਈ ਇਹੋ ਜਿਹੀ ਚੀਜ਼, ਕੋਈ ਇਹੋ ਜਿਹੀ ਗੱਲ ਜੋ ਤੁਹਾਨੂੰ ਬਹੁਤ ਟਾਈਮ ਤੋਂ ਪਰੇਸ਼ਾਨ ਕਰ ਰਹੀ ਹੋਵੇ ਜਾਂ ਤੁਸੀਂ ਉਹਦਾ ਸੋਲਿਊਸ਼ਨ ਢੂੰਢ ਰਹੇ ਹੋ, ਤੇ ਕੀ ਇੱਥੇ ਆਉਣ ਤੋਂ ਬਾਅਦ ਤੁਹਾਡਾ ਉਸ ਚੀਜ਼ ਦਾ ਸੋਲਿਊਸ਼ਨ ਤੁਹਾਨੂੰ ਮਿਲਿਆ? ਜੀ ਬਿਲਕੁਲ, ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਅੱਜ ਤੋਂ ਕੁਝ 15 ਕੁ ਸਾਲ ਪਹਿਲੇ ਮੇਰਾ ਬ੍ਰਦਰ ਐਕਸਪਾਇਰ ਹੋ ਗਿਆ ਸੀਗਾ ਇੱਕ ਐਕਸੀਡੈਂਟ ਵਿੱਚ, ਤੇ ਉਹਦੇ ਕਾਰਨ ਮੈਂ ਕਾਫੀ ਸਾਲ ਤੱਕ ਇੱਕ ਡਿਪਰੈਸ਼ਨ ਦੇ ਅੰਦਰ ਸੀਗੀ। ਮੈਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਡਿਪਰੈਸ਼ਨ ਹੈ, ਕਿਉਂਕਿ ਮੈਂ ਜਿਸ ਤਰ੍ਹਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ, ਕਾਫੀ ਰੋਣਾ ਆਉਂਦਾ ਸੀਗਾ। ਜਦੋਂ ਤੁਸੀਂ ਸੋਚਦੇ ਹੋਗੇ ਤੇ ਦਿਮਾਗ 'ਚ ਥੌਟ ਚੱਲਣ ਲੱਗ ਜਾਣੇ ਹੋਣੇ ਜੀ। ਈਵਨ ਕੁਛ ਹੱਸੀ ਮਜ਼ਾਕ ਵੀ ਕੋਈ ਲੋਕ ਕਰਦੇ ਸੀ, ਜਾਂ ਕਿਤੇ ਕੋਈ ਮਿਊਜ਼ਿਕ ਚੱਲ ਰਿਹਾ, ਲੋਕ ਗਾਣਾ ਨੱਚਣਾ ਸਭ ਕਰ ਰਹੇ ਨੇ, ਉਹ ਸੁਣ ਕੇ ਵੀ ਮੇਰਾ ਰੋਣਾ ਆ ਜਾਂਦਾ ਸੀਗਾ। ਮੈਨੂੰ ਪਤਾ ਨਹੀਂ ਚੱਲਦਾ ਸੀ ਕਿ ਮੈਂ ਅੰਦਰ ਸ਼ਾਇਦ ਹਰ ਵਕਤ ਹੀ ਰੋ ਰਹੀ ਹਾਂ। ਅੱਛਾ, ਮੈਨੂੰ ਉਹ ਪਤਾ ਨਹੀਂ ਸੀ ਚੱਲਦਾ, ਪਰ ਉਹ ਬਾਅਦ ਵਿੱਚ ਮੈਂ ਰਿਅਲਾਈਜ਼ ਕੀਤਾ ਕਿ ਇਟਸ ਸਾਈਨ ਆਫ ਡਿਪਰੈਸ਼ਨ, ਕਿ ਅਗਰ ਖੁਸ਼ੀ ਦੇ ਮਾਹੌਲ ਵਿੱਚ ਰਹਿ ਕੇ ਵੀ ਮੈਨੂੰ ਅੰਦਰੋਂ ਇੰਨੀ ਤੇਜ਼ ਰੋਣਾ ਆ ਰਿਹਾ, ਹਾਂਜੀ, ਤੇ ਉਹ ਜ਼ਰੂਰ ਕੁਛ ਅੰਦਰ ਹਜੇ ਵੀ ਇੱਕ ਦੁੱਖ ਕਿਸੇ ਕੋਨੇ 'ਚ ਬੈਠਾ ਹੋਇਆ, ਸਮਾਇਆ ਹੋਇਆ, ਜਿਹਨੂੰ ਮੈਨੂੰ ਬਾਹਰ ਕੱਢਣ ਦੀ ਲੋੜ ਹੈ। ਜੀ। ਫਿਰ ਜਦੋਂ ਮੈਂ ਸਪਿਰਿਚੁਅਲਿਟੀ ਨੂੰ ਹੋਰ ਜ਼ਿਆਦਾ ਸਟੱਡੀ ਕੀਤਾ, ਜਦੋਂ ਮੈਂ ਰਾਜ ਯੋਗਾ ਦਾ ਕੋਰਸ ਕੀਤਾ, ਉਹਨੂੰ ਆਪਣੀ ਲਾਈਫ ਵਿੱਚ ਛੋਟੀ ਸਿਚੁਏਸ਼ਨਸ ਵਿੱਚ ਅਪਲਾਈ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਲੱਗਿਆ ਕਿ ਹੌਲੀ ਹੌਲੀ ਮੈਂ ਦੁਬਾਰਾ ਸ਼ਾਇਦ ਹੱਸਣਾ ਸਿੱਖ ਰਹੀ ਹਾਂ। ਮੇਰੇ ਰਿਲੇਸ਼ਨਸ਼ਿਪਸ ਜਿਹੜੇ ਹੋਰ ਵੀ ਸੀਗੇ ਉਹ ਸੁਧਰਦੇ ਚਲੇ ਗਏ, ਕਿਉਂਕਿ ਕਈ ਵਾਰੀ ਸਾਡੇ ਅੰਦਰ ਇੰਨਾ ਦੁੱਖ ਛੁਪਿਆ ਹੁੰਦਾ ਹੈ, ਜੀ, ਅਸੀਂ ਉਸ ਦੁੱਖ ਦੇ ਕਾਰਨ ਆਪਣੇ ਪ੍ਰੈਜ਼ੈਂਟ ਰਿਲੇਸ਼ਨਸ਼ਿਪਸ ਨੂੰ ਵੀ ਖਰਾਬ ਕਰ ਲੈਂਦੇ ਹਾਂ। ਹਾਂਜੀ, ਸਾਨੂੰ ਪਤਾ ਵੀ ਨਹੀਂ ਚੱਲਦਾ, ਸਾਨੂੰ ਲੱਗਦਾ ਕਿ ਅਸੀਂ ਆਪਣੀ ਤਰਫ ਤੋਂ ਤੇ ਠੀਕ ਕਰ ਰਹੇ ਹਾਂ। ਬਿਲਕੁਲ, ਮੈਂ ਦੁਖੀ ਹਾਂ ਤਾਂ ਹੀ ਸ਼ਾਇਦ ਮੇਰੇ ਮੂੰਹ 'ਚੋਂ ਇਹ ਗੱਲ ਨਿਕਲ ਗਈ, ਪਰ ਐਕਚੁਅਲੀ ਅਗਰ ਉਸ ਦੁੱਖ ਨੂੰ ਮੈਂ ਹੀਲ ਕਰ ਦਿਆਂਗੀ ਤੇ ਮੇਰੇ ਜਿਹੜੇ ਪ੍ਰੈਜ਼ੈਂਟ ਰਿਲੇਸ਼ਨਸ ਨੇ, ਜਿਹੜੇ ਕਿ ਜ਼ਿੰਦਾ ਨੇ, ਮੈਂ ਉਹਨਾਂ ਨੂੰ ਹੋਰ ਜ਼ਿਆਦਾ ਨਰਿਸ਼ ਕਰ ਸਕਾਂਗੀ। ਤੇ ਕੋਈ ਇਹੋ ਜਿਹੀ ਪ੍ਰੈਕਟੀਕਲ ਚੀਜ਼ ਜੋ ਤੁਸੀਂ ਅਪਣਾਈ, ਜੋ ਤੁਹਾਨੂੰ ਲੱਗਦਾ ਹੈ ਕਿ ਉਹ ਜੋ ਅੰਦਰ ਥਾਟ ਚੱਲ ਰਹੇ ਸੀ, ਜੋ ਅੰਦਰ ਦੁੱਖ ਸੀ, ਤੁਹਾਨੂੰ ਖਾਏ ਜਾ ਰਿਹਾ ਸੀ, ਉਹ ਅਚਾਨਕ ਕਿਵੇਂ ਇੱਕਦਮ ਫਿਨਿਸ਼ ਹੋ ਗਿਆ? ਜਦੋਂ ਮੈਨੂੰ ਇਹ ਪ੍ਰੋਬਲਮ ਲੱਗੀ ਕਿ ਹਾਂ ਮੈਂ ਬਹੁਤ ਦੁਖੀ ਹੋ ਰਹੀ ਹਾਂ, ਪਰੇਸ਼ਾਨ ਹੋ ਰਹੀ ਹਾਂ, ਤੇ ਐਕਚੁਅਲੀ ਐਟ ਦ ਐਂਡ ਆਫ ਦ ਡੇ ਮੈਂ ਹਮੇਸ਼ਾ ਪਰਮਾਤਮਾ ਨੂੰ ਹੀ ਦੋਸ਼ ਦਿੰਦੀ ਸੀਗੀ ਕਿ ਉਹਨੇ ਮੈਨੂੰ ਇੰਨਾ ਵੱਡਾ ਦੁੱਖ ਕਿਉਂ ਦਿੱਤਾ। ਹਾਂਜੀ, ਮੇਰੇ ਪੇਰੈਂਟਸ, ਹਰ ਇੱਕ ਨੂੰ ਏਦਾਂ ਹੀ ਲੱਗਦਾ ਕਿ ਅਸੀਂ ਕਿਸੇ ਨਾਲ ਕਦੇ ਬੁਰਾ ਨਹੀਂ ਕੀਤਾ, ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ, ਤੇ ਮੈਂ ਹਮੇਸ਼ਾ ਉਂਗਲੀ ਪਰਮਾਤਮਾ ਵੱਲ ਕਰਦੀ ਸੀਗੀ। ਹਾਂਜੀ, ਕਿ ਉਹਨਾਂ ਨੇ ਮੇਰਾ ਭਰਾ ਖੋਹ ਲਿੱਤਾ ਮੇਰੇ ਕੋਲੋਂ। ਜ਼ਿਆਦਾਤਰ ਲੋਕ ਇਹੀ ਸੋਚਦੇ। ਬਿਲਕੁਲ। ਲੇਕਿਨ ਜਦੋਂ ਮੈਂ ਸਪਿਰਿਚੁਅਲਿਟੀ ਨੂੰ ਸਮਝਿਆ ਤਾਂ ਮੈਨੂੰ ਹੌਲੀ ਹੌਲੀ, ਜਦੋਂ ਰਾਜ ਯੋਗਾ ਦਾ ਮੈਂ ਕੋਰਸ ਕੀਤਾ, ਮੈਨੂੰ ਹੌਲੀ ਹੌਲੀ ਪਤਾ ਚੱਲਿਆ ਕਿ ਐਕਚੁਅਲੀ ਜੋ ਵੀ ਲਾਈਫ ਵਿੱਚ ਹੁੰਦਾ ਹੈ ਉਹ ਕਿਉਂ ਹੁੰਦਾ ਹੈ, ਮੇਰੀ ਅਸਲੀ ਪਹਿਚਾਨ ਕੀ ਹੈ, ਔਰ ਪਰਮਾਤਮਾ ਕੌਣ ਹੈ, ਕਿਆ ਉਹੀ ਦੁੱਖ ਦਿੰਦਾ ਹੈ ਜਾਂ ਮੇਰੇ ਕਰਮਾਂ ਦਾ ਕੋਈ ਹਿਸਾਬ ਕਿਤਾਬ ਹੈ ਜਿਹਦੇ ਕਾਰਨ ਜੋ ਪੂਰਾ ਕਰਨਾ ਹੈ। ਐਕਚੁਅਲੀ ਇਹ ਗੱਲਾਂ ਜਦੋਂ ਅਸੀਂ ਕਰਦੇ ਹਾਂ ਤੇ ਸਾਨੂੰ ਲੱਗਦਾ ਕਿ ਸਿਰਫ ਕਿਤਾਬੀ ਗੱਲਾਂ ਨੇ, ਲੇਕਿਨ ਜਿੱਦਾਂ ਜਿੱਦਾਂ ਅਸੀਂ ਛੋਟੀ ਛੋਟੀ ਸਿਚੁਏਸ਼ਨਸ ਵਿੱਚ ਇਸ ਨੌਲੇਜ ਨੂੰ ਅਪਲਾਈ ਕਰਨਾ ਸ਼ੁਰੂ ਕਰਦੇ ਹਾਂ, ਫੋਰ ਐਗਜ਼ਾਮਪਲ ਅਗਰ ਕੋਈ ਸਿਚੁਏਸ਼ਨ ਆ ਗਈ ਔਰ ਮੈਂ ਆਪਣੇ ਆਪ ਨੂੰ ਹਰਟ ਕਰ ਲਿੱਤਾ ਉਹਦੇ ਨਾਲ,
ਇਹਦਾ ਹਾਂਜੀ। ਮਤਲਬ ਕਿ ਇੱਕ ਵਾਰੀ ਸਵੇਰੇ ਤੇ ਮੈਂ ਮੱਥਾ ਟੇਕ ਲਿੱਤਾ ਗੁਰਦੁਆਰੇ ਜਾ ਕੇ, ਜਾਂ ਘਰ ਹੀ ਅਗਰ ਮੈਂ ਕੁਛ ਐਵੇਂ ਦਾ ਮੰਦਿਰ ਜਾਂ ਕੁਛ ਬਣਾਇਆ ਹੋਇਆ, ਉਸ ਤੋਂ ਬਾਅਦ ਮੈਂ ਇੱਕ ਯੂ ਟਰਨ ਲੈ ਲਿੱਤਾ ਔਰ ਫਿਰ ਮੈਂ ਵਾਪਸ ਆਪਣੀ ਜਿਹੜੀ ਲਾਈਫ ਚੱਲ ਰਹੀ ਹੈ ਉਹਦੇ 'ਚ ਉਸ ਤਰ੍ਹਾਂ ਹੀ ਰਿਐਕਟ ਕੀਤਾ ਜਿਸ ਤਰ੍ਹਾਂ ਮੈਂ ਪਹਿਲੇ ਕਰਦੀ ਆਈ ਸੀ। ਜੀ ਲੇਕਿਨ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਜਾਂ ਜੋ ਅਸੀਂ ਸਪਿਰਿਚੁਅਲਿਟੀ ਸਿੱਖਦੇ ਹਾਂ ਕਿ ਸਾਨੂੰ ਸਿਚੁਏਸ਼ਨਸ ਵਿੱਚ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ, ਹਾਂਜੀ ਅਗਰ ਕੋਈ ਸਿਚੁਏਸ਼ਨ ਆ ਵੀ ਗਈ ਤੇ ਮੈਂ ਕਿਸ ਤਰ੍ਹਾਂ ਉਹਦੇ ਤੋਂ ਬਚਾ ਕੇ ਰੱਖਾਂ ਆਪਣੇ ਆਪ ਨੂੰ ਕਿ ਮੈਂ ਹਰਟ ਨਾ ਹੋਵਾਂ, ਜੀ ਕਿਉਂਕਿ ਅਗਰ ਸਿਚੁਏਸ਼ਨ ਵਿੱਚ ਮੈਂ ਹਰਟ ਹੋ ਜਾਵਾਂਗੀ ਤੇ ਸੋਲੂਸ਼ਨ ਨਹੀਂ ਨਿਕਲੇਗਾ। ਬਿਲਕੁਲ। ਅਗਰ ਮੈਂ ਉਹਨੂੰ ਸੋਲਵ ਕਰਨਾ ਹੈ ਤੇ ਪਹਿਲੇ ਆਈ ਹੈਵ ਟੂ ਬੀ that strong। ਤੇ ਸਪਿਰਿਚੁਅਲਿਟੀ ਨੇ ਤੁਹਾਨੂੰ ਸਟਰੋਂਗ ਬਣਾਇਆ ਹੈ, ਬਾਹਰੋਂ ਨਹੀਂ ਬਲਕਿ Definitely। ਅੰਦਰੋਂ ਸਟਰੋਂਗ ਬਣਾਇਆ ਅੰਦਰੋਂ ਹੈ। ਸਟਰੋਂਗ ਬਣਾਇਆ ਹੈ। ਇੱਕ ਹੋਰ ਗੱਲ ਜੇ ਇੱਥੇ ਮੈਂ ਪੁੱਛਾਂ ਤੁਹਾਨੂੰ ਕਿ ਯੂਜੂਲੀ ਜਦੋਂ ਵਿਆਹ ਹੋ ਜਾਂਦਾ ਹੈ ਤੇ ਇੱਕ ਰਿਸਪੌਂਸਿਬਿਲਿਟੀ ਆਲਰੇਡੀ ਆ ਜਾਂਦੀ ਹੈ ਪਰਿਵਾਰ ਦੀ, ਔਰ ਦੂਸਰੀ ਤਰਫ ਆਧਿਆਤਮਿਕਤਾ ਹੁੰਦੀ ਹੈ। ਤੇ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਆਧਿਆਤਮਿਕਤਾ ਨੂੰ ਅਪਣਾਉਂਦੇ ਹੋ ਜਾਂ ਜਦੋਂ ਗਿਆਨ ਮਿਲ ਜਾਂਦਾ ਹੈ ਤੇ ਉਸ ਪਾਸੇ ਧਿਆਨ ਜ਼ਿਆਦਾ ਜਾਂਦਾ ਹੈ ਔਰ ਤੁਸੀਂ ਆਪਣੀ ਗ੍ਰਸਤੀ ਨੂੰ ਜਾਂ ਆਪਣੇ ਪਰਿਵਾਰ ਨੂੰ ਉਨੀ ਇੰਪੋਰਟੈਂਸ ਨਹੀਂ ਦਿੰਦੇ ਹੋ। ਤੇ ਤੁਸੀਂ ਇਸ ਚੀਜ਼ 'ਚ ਬੈਲੈਂਸ ਕਿਵੇਂ ਬਣਾਇਆ? ਮੈਨੂੰ ਇਹ ਲੱਗਦਾ ਕਿ ਇਹ ਸਾਰਿਆਂ ਨੂੰ ਆਪਣੇ ਆਪ ਤੋਂ ਸਾਨੂੰ ਪੁੱਛਣ ਦੀ ਲੋੜ ਹੈ ਕਿ ਅਸੀਂ ਬੈਲੈਂਸ ਤੋਂ ਸਾਡਾ ਕੀ ਮਤਲਬ ਹੈ, ਕਿਉਂਕਿ ਅਸੀਂ ਕਿੰਨੇ ਸਾਰੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਸਾਡੇ ਵੱਡੇ ਨੇ, ਉਹਨਾਂ ਨੇ ਵੀ ਸਾਨੂੰ ਆਪਣੀ ਤਰਫ ਤੋਂ ਬਹੁਤ ਅੱਛੀ ਐਡਵਾਈਸ ਕੀਤੀ ਕਿ ਤੁਸੀਂ ਹਜੇ ਬਹੁਤ ਛੋਟੇ ਹੋ, ਹਾਂਜੀ ਤੁਹਾਡੀ ਹਜੇ ਉਮਰ ਨਹੀਂ ਹੈ ਸਭ ਕਰਨ ਦੀ। ਬਿਲਕੁਲ। ਤਾਂ ਮੈਂ ਉਹਨਾਂ ਨੂੰ ਇੱਕ ਹੀ ਸਵਾਲ ਪੁੱਛਿਆ ਕਿ ਲਾਈਫ ਵਿੱਚ ਜਦੋਂ ਪ੍ਰੋਬਲਮਸ ਆਉਂਦੀਆਂ ਨੇ, ਜਦੋਂ ਸਿਚੁਏਸ਼ਨਸ ਤੇ ਆਉਂਦੀਆਂ ਹੀ ਰਹਿੰਦੀਆਂ ਨੇ, ਔਰ ਖਾਸ ਕਰਕੇ ਉਸ ਟਾਈਮ ਤੇ ਆਉਂਦੀਆਂ ਨੇ ਜਦੋਂ ਅਸੀਂ ਆਪਣਾ ਕੈਰੀਅਰ ਬਣਾ ਰਹੇ ਹੁੰਦੇ ਹਾਂ, ਜਦੋਂ ਸਾਨੂੰ ਇੱਕ ਨਵਾਂ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਨਾ ਹੁੰਦਾ ਹੈ, ਸਾਡਾ ਵਿਆਹ ਹੋਣ ਵਾਲਾ ਹੈ ਜਾਂ ਹੋ ਜਾਂਦਾ ਹੈ, ਸਾਨੂੰ ਨਈ ਫੈਮਿਲੀ 'ਚ ਐਡਜਸਟ ਹੋਣਾ ਹੈ, ਉਸ ਟਾਈਮ ਤੇ ਸਾਨੂੰ ਐਕਚੁਅਲ ਹਿੰਮਤ ਦੀ ਜ਼ਰੂਰਤ ਹੈ, ਐਕਚੁਅਲ ਨੌਲੇਜ ਦੀ ਜ਼ਰੂਰਤ ਹੈ। ਅਗਰ ਅਸੀਂ ਉਸ ਟਾਈਮ ਤੇ ਸਪਿਰਿਚੁਅਲ ਨੌਲੇਜ ਨੂੰ ਅਪਲਾਈ ਨਹੀਂ ਕਰਾਂਗੇ ਤਾਂ 60-70 ਸਾਲ ਦੇ ਹੋ ਕੇ ਅਗਰ ਕਰ ਵੀ ਲਵਾਂਗੇ ਉਹਦਾ ਫਾਇਦਾ ਕੀ ਹੈ? ਅਸੀਂ ਆਪਣਾ ਐਕਚੁਅਲ ਜਿਹੜਾ ਟਾਈਮ ਜਦੋਂ ਜ਼ਰੂਰਤ ਜੋ ਸੀ, ਮੇਨ ਜੀਵਨ ਸੀ, ਜੋ ਸਾਡੀ ਮੇਨ ਜੋ ਹੁੰਦੀ ਜਦੋਂ ਮੈਨੂੰ ਤਾਕਤ ਚਾਹੀਦੀ ਸੀ, ਰਾਈਟ, ਉਦੋਂ ਤਾਂ ਮੈਨੂੰ ਗਿਆਨ ਹੀ ਨਹੀਂ ਸੀ, ਉਦੋਂ ਮੈਨੂੰ ਪਤਾ ਹੀ ਨਹੀਂ ਸੀ ਕਿ ਪ੍ਰੋਬਲਮਸ ਨੂੰ ਕਿਵੇਂ ਫੇਸ ਕਰਨਾ ਹੈ। ਬਿਲਕੁਲ। ਔਰ ਜਦੋਂ ਮੈਂ 70 ਸਾਲ ਦੀ 60 ਸਾਲ ਦੀ ਹੋ ਕੇ ਉਹ ਕੀਤਾ, ਮੇਰੇ ਅੰਦਰ ਇੰਨੀ ਤਾਕਤ ਨਹੀਂ ਹੈ, ਹੋ ਸਕਦਾ ਮੇਰੇ ਸਰੀਰ ਵਿੱਚ ਇੰਨੀ ਤਾਕਤ ਨਾ ਰਹੇ ਕਿ ਮੈਂ ਉਸ ਨੌਲੇਜ ਨੂੰ ਸਮਝ ਸਕਾਂ ਜਾਂ ਬੈਠ ਕੇ ਉਹਨੂੰ ਚਰਨ ਕਰ ਸਕਾਂ। ਇਸ ਵਾਸਤੇ ਮੈਨੂੰ ਲੱਗਦਾ ਕਿ ਇਹ ਸਪਿਰਿਚੁਅਲਿਟੀ ਜਿਹੜੀ ਹੈ ਸਾਨੂੰ ਇਹਦੀ ਕੋਈ ਉਮਰ ਨਹੀਂ ਹੈ ਐਕਚੁਅਲੀ। ਬਚਪਨ ਤੋਂ ਹੀ ਸਾਡੇ ਅੰਦਰ ਉਹ ਸੰਸਕਾਰਾਂ ਦੀ ਜ਼ਰੂਰਤ ਹੈ, ਉਸ ਸ਼ਕਤੀ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੇ ਸਿਚੁਏਸ਼ਨਸ ਨੂੰ ਪ੍ਰੋਪਰਲੀ ਹੈਂਡਲ ਕਰ ਸਕੀਏ। ਔਰ ਦੂਸਰੀ ਗੱਲ ਇਹ ਹੈ ਕਿ ਸਪਿਰਿਚੁਅਲਿਟੀ ਕਦੇ ਵੀ ਸਾਨੂੰ ਆਪਣੇ ਪਰਿਵਾਰ ਤੋਂ ਦੂਰ ਨਹੀਂ ਕਰਦੀ। ਸਪਿਰਿਚੁਅਲਿਟੀ ਦਾ ਮਤਲਬ ਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਰਿਲੇਸ਼ਨਸ਼ਿਪਸ ਨੂੰ ਹੋਰ ਮਜ਼ਬੂਤ ਕਰ ਸਕੀਏ। ਇਹ ਬਹੁਤ ਹੀ ਸੋਹਣੀ ਗੱਲ ਕਹੀ ਤੁਸੀਂ, ਕਿਉਂਕਿ ਜ਼ਿਆਦਾਤਰ ਲੋਕ ਇਹੀ ਸੋਚਦੇ ਨੇ ਕਿ ਜੇ ਤੁਸੀਂ ਸਪਿਰਿਚੁਅਲ ਹੋ ਜਾਓਗੇ ਤਾਂ ਤੁਸੀਂ ਪਰਿਵਾਰ ਤੋਂ ਅਲੱਗ ਹੋ ਜਾਓਗੇ, ਡਿਟੈਚ ਹੋ ਜਾਓਗੇ, ਤੇ ਉਹ ਡਿਟੈਚਮੈਂਟ ਨੂੰ ਅਲੱਗ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ। ਤੁਹਾਡੀ ਫੈਮਿਲੀ ਨੇ ਤੁਹਾਨੂੰ ਇਹਦੇ 'ਚ ਕਿੰਨਾ ਸਾਥ ਦਿੱਤਾ? ਐਕਚੁਅਲੀ ਮੈਂ ਸੱਚੀ ਦੱਸਾਂ ਤੇ ਸਟਾਰਟਿੰਗ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਨਹੀਂ ਸੀਗਾ, ਕਿਉਂਕਿ ਐਜ਼ ਯੂ ਸੈਡ ਕਿ ਸਾਰਿਆਂ ਨੂੰ ਇੱਕ ਮਿਥ ਹੁੰਦਾ ਹੈ ਕਿ ਤੁਸੀਂ ਦੂਰ ਚਲੇ ਜਾਓਗੇ, ਤੁਸੀਂ ਫੈਮਿਲੀ ਦਾ ਧਿਆਨ ਨਹੀਂ ਰੱਖੋਗੇ, ਤੁਸੀਂ ਗ੍ਰਹਸਥੀ 'ਚ ਰਹਿੰਦੇ ਹੋ, ਤੁਹਾਨੂੰ ਰਿਸਪੌਂਸਿਬਿਲਿਟੀਜ਼ ਨਿਭਾਉਣੀਆਂ ਨੇ। ਤੇ ਜਦੋਂ ਫਿਰ ਮੈਂ ਉਹਨਾਂ ਨੂੰ ਐਕਚੁਅਲੀ ਇਹੀ ਕਿਹਾ ਕਿ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹੋਗੇ ਅਸੀਂ ਉਸ ਤਰ੍ਹਾਂ ਹੀ ਕਰਾਂਗੇ, ਪਰ ਮੈਂ ਸਿਰਫ ਇੱਕ ਚੀਜ਼ ਚਾਹੁੰਦੀ ਹਾਂ ਕਿ ਮੈਨੂੰ ਸਿਰਫ 1 ਘੰਟਾ ਆਪਣੇ ਵਾਸਤੇ ਦਿੱਤਾ ਜਾਏ। ਕਿ ਮੇਰੇ ਸਸੁਰਾਲ ਵਿੱਚ ਵੀ ਮੇਰੇ ਜਿਹੜੇ ਇਨ-ਲॉज ਨੇ ਇਸ ਚੀਜ਼ 'ਚ ਬਹੁਤ ਸਪੋਰਟਿਵ ਨੇ ਕਿ ਮੈਂ 1 ਘੰਟਾ ਅਗਰ ਉਹਨਾਂ ਨੂੰ ਕਹੇ ਤਾਂ ਦੇ ਅੰਡਰਸਟੈਂਡ ਕਿ ਹਾਂ ਮੇਰੀ ਵੀ ਲਾਈਫ ਹੈ। ਤਾਂ ਮੈਂ ਸਿਰਫ ਹਰ ਰੋਜ਼ 1 ਘੰਟਾ ਸੈਂਟਰ ਤੇ ਜਾਣਾ ਸ਼ੁਰੂ ਕੀਤਾ ਤੇ ਜੋ ਕੁਝ ਮੈਂ ਉੱਥੇ ਸਿੱਖਦੀ ਸੀਗੀ ਉਹਨਾਂ ਨੇ ਮੇਰੇ ਬਿਹੇਵੀਅਰ ਵਿੱਚ ਚੇਂਜ ਦੇਖਿਆ, ਮੇਰੇ ਘਰ ਵਾਲਿਆਂ ਨੇ। ਤਾਂ ਹੀ ਉਹਨਾਂ ਨੂੰ ਲੱਗਿਆ ਕਿ there is something we also need to understand। ਤਾਂ ਉਹਨਾਂ ਨੇ ਵੀ ਸੈਂਟਰ ਜਾਣਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਅੱਜ ਸਾਰਾ ਮੇਰੀ ਜਿਹੜੀ ਫੈਮਿਲੀ ਹੈ, ਮੇਰੇ ਹਸਬੈਂਡ ਵੀ ਔਰ ਮੇਰੇ ਮਦਰ ਇਨ ਲਾਅ, ਮੇਰੇ ਫਾਦਰ ਇਨ ਲਾਅ, ਉਹ ਸਾਰੇ ਜਿਹੜੇ ਅੱਜ ਸਪਿਰਿਚੁਅਲਿਟੀ ਨਾਲ ਜੁੜੇ ਹੋਏ ਨੇ। ਔਰ ਸਭ ਆਪਣੀ ਨਾਰਮਲ ਲਾਈਫ, ਸਭ ਆਪਣਾ ਕੰਮ ਵੀ ਕਰ ਰਹੇ ਨੇ। ਬਿਲਕੁਲ। ਮੈਂ ਵੀ ਆਈਟੀ ਜੌਬ ਕਰਦੀ ਹਾਂ, ਮੇਰੇ ਹਸਬੈਂਡ ਵੀ ਜੌਬ ਕਰਦੇ ਨੇ, ਆਈਟੀ ਪ੍ਰੋਫੈਸ਼ਨਲ ਨੇ। ਪਰ ਮਤਲਬ ਇਹੋ ਜਿਹਾ ਕੁਝ ਨਹੀਂ ਹੈ ਕਿ ਅਗਰ ਤੁਸੀਂ ਰੱਬ ਨੂੰ ਪਾਣਾ ਚਾਹੁੰਦੇ ਹੋ ਜਾਂ ਤੁਸੀਂ ਮੈਡੀਟੇਸ਼ਨ ਕਰ ਰਹੇ ਹੋ ਔਰ ਤੁਹਾਨੂੰ ਆਪਣਾ ਕੰਮ ਕਾਜ ਛੱਡਣਾ ਪਏਗਾ ਜਾਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਸੇਵਾ ਜਾਣਾ ਪਏਗਾ, ਇਹੋ ਜਿਹੀ ਕੋਈ ਗੱਲ ਨਹੀਂ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਫਰਕ ਸਿਰਫ ਇੰਨਾ ਹੈ ਕਿ ਅਸੀਂ ਹੁਣ ਉਸ
ਜੋ ਅਸੀਂ ਪੂਜਾ ਪਾਠ ਪਹਿਲਾਂ ਕਰਦੇ ਸੀਗੇ ਅਸੀਂ ਬਿਲਕੁਲ ਉਹੀ ਕਰਨਾ ਹੈ। ਫਰਕ ਸਿਰਫ ਇੰਨਾ ਹੈ ਕਿ ਹੁਣ ਅਸੀਂ ਉਹਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਲੈ ਕੇ ਆਣਾ ਹੈ, ਨਾਲੇ ਉਹਨੂੰ ਸਮਝ ਨਾਲ ਜੀਣਾ ਹੈ। ਕਰਨਾ ਹੈ। ਹੁਣ ਤੁਹਾਨੂੰ ਇਹ ਪਤਾ ਹੈ ਕਿ ਮੈਂ ਜੋ ਕਰ ਰਹੀ ਹਾਂ ਉਹ ਕਿਉਂ ਕਰ ਰਹੀ ਹਾਂ, ਬਿਲਕੁਲ। ਉਹਦਾ ਮਤਲਬ ਕੀ ਹੈ ਔਰ ਉਹਨੂੰ ਜੀਵਨ 'ਚ ਕਿਵੇਂ ਉਤਾਰ ਕੇ ਲੈ ਕੇ ਆਉਣਾ ਜੀ ਹੈ। ਬਿਲਕੁਲ। ਜੇ ਮੈਂ ਹੋਰ ਅੱਗੇ ਦੀ ਗੱਲ ਕਰਾਂ ਤੇ ਤੁਸੀਂ ਕੀ ਸੋਚਦੇ ਹੋ ਕਿ ਅੱਜ ਕੱਲ੍ਹ ਜੋ ਤੁਹਾਡੀ ਏਜ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਕਨਫਿਊਜ਼ ਨੇ ਆਪਣੀ ਲਾਈਫ 'ਚ ਕਿ ਕੀ ਕਰਨਾ ਚਾਹੀਦਾ ਹੈ। ਸਾਨੂੰ ਕਰੀਅਰ ਵੀ ਇੰਪੋਰਟੈਂਟ ਹੈ, ਫੈਮਿਲੀ ਵੀ ਇੰਪੋਰਟੈਂਟ ਹੈ, ਉਸ ਤੋਂ ਬਾਅਦ ਮौज ਮਸਤੀ ਵੀ ਕਰਨੀ ਹੈ, ਬਿਲਕੁਲ। ਇੰਜੋਇਮੈਂਟ ਵੀ ਚਾਹੀਦਾ ਹੈ ਲਾਈਫ 'ਚ, ਔਰ ਨਾਲ ਦੀ ਨਾਲ ਸਪਿਰਿਚੁਅਲਿਟੀ ਵੀ ਚਾਹੀਦੀ ਹੈ, ਲੇਕਿਨ ਉਹ ਇਹਨਾਂ ਸਭ ਚੀਜ਼ਾਂ ਨੂੰ ਬੈਲੈਂਸ ਨਹੀਂ ਕਰ ਪਾ ਰਹੇ ਹੈ। ਤੇ ਇਹਦੇ ਲਈ ਤੁਸੀਂ ਕੀ ਰਾਏ ਦੇਣਾ ਚਾਹੋਗੇ? ਮੈਂ ਇਹਦੇ ਲਈ ਇਹ ਕਹਾਂਗੀ ਕਿ ਅਗਰ ਅਸੀਂ ਸਪਿਰਿਚੁਅਲਿਟੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਂਦੇ ਹਾਂ ਤੇ ਸਾਨੂੰ ਪਹਿਲੇ ਅੰਡਰਸਟੈਂਡ ਕਰਨਾ ਪਏਗਾ ਕਿ ਇਹਦਾ ਮਤਲਬ ਬਿਲਕੁਲ ਵੀ ਇਹ ਨਹੀਂ ਹੈ ਕਿ ਅਸੀਂ ਕਿਧਰੇ ਇਕੱਲੇ ਜਾ ਕੇ ਬੈਠਾਂਗੇ ਜਾਂ ਅਸੀਂ ਮੈਡੀਟੇਸ਼ਨ ਕਰਾਂਗੇ ਤੇ ਅਸੀਂ ਬਿਲਕੁਲ ਗੱਲ ਨਹੀਂ ਕਰਾਂਗੇ ਤੇ ਬਿਲਕੁਲ ਸਾਇਲੈਂਸ ਵਿੱਚ ਰਵਾਂਗੇ, ਆਪਣੇ ਫਰੈਂਡਸ ਨਾਲ ਮਿਲਣਾ ਛੋੜ ਦਿਆਂਗੇ। ਬਿਲਕੁਲ ਵੀ ਐਸਾ ਨਹੀਂ ਹੈ। ਸਪਿਰਿਚੁਅਲ ਅਗਰ ਇਸ ਤਰ੍ਹਾਂ ਕੋਈ ਕਰਦਾ ਹੈ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸ਼ਾਇਦ ਸਪਿਰਿਚੁਅਲਿਟੀ ਨੂੰ ਸਮਝ ਨਹੀਂ ਪਾਏ, ਥੋੜਾ ਹੋਰ ਕੰਮ ਕਰਨ ਦੀ ਲੋੜ ਹੈ। ਹਾਂਜੀ, ਸਪਿਰਿਚੁਅਲਿਟੀ ਦਾ ਮਤਲਬ ਇਹ ਹੈ ਕਿ ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸ ਤਰ੍ਹਾਂ ਹੋਰ ਬੈਟਰ ਕਰ ਸਕਦੇ ਹਾਂ ਔਰ ਉਹਨਾਂ 'ਚ ਹੋਰ ਮਿਠਾਸ ਲੈ ਕੇ ਆ ਸਕਦੇ ਹਾਂ। ਸਪਿਰਿਚੁਅਲਿਟੀ ਸਾਡੇ ਰਿਲੇਸ਼ਨਸ਼ਿਪਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ। ਲੇਕਿਨ ਜਿੱਦਾਂ ਅਗਰ ਮੈਂ ਸਪਿਰਿਚੁਅਲ ਹਾਂ ਔਰ ਮੇਰੀ ਹਲੇ ਏਜ ਨਹੀਂ ਹੈ, ਜੋ ਕਿ ਮੇਰੇ ਪੇਰੈਂਟਸ ਨੂੰ ਵੀ ਲੱਗਦਾ ਹੈ ਜਾਂ ਮੇਰੇ ਇਨ-ਲॉज ਨੂੰ ਲੱਗਦਾ ਹੈ ਕਿ ਹਲੇ ਤਾਂ ਛੋਟੇ ਨੇ ਬੱਚੇ, ਹਲੇ ਤਾਂ ਇਹਨਾਂ ਦੀ ਮौज ਮਸਤੀ ਕਰਨ ਦੀ ਉਮਰ ਹੈ, ਹੁਣੇ ਨਾਲ ਹੀ ਇਸੇ ਪਾਸੇ ਚਲੇ ਜਾਣਗੇ ਤਾਂ ਕੰਮ 'ਚ ਧਿਆਨ ਨਹੀਂ ਦੇਣਗੇ, ਜਾਂ ਸ਼ਾਇਦ ਉਹ ਕ੍ਰੀਏਟੀਵਿਟੀ ਜੋ ਦਿਮਾਗ ਕੰਮ 'ਚ ਲੱਗਣੀ ਚਾਹੀਦੀ ਹੈ ਉਹ ਉਹਦੇ 'ਚ ਨਹੀਂ ਲੱਗ ਕੇ ਕਿਤੇ ਹੋਰ ਜਾ ਰਿਹਾ ਹੈ। ਤੇ ਉਸ ਚੀਜ਼ ਨੂੰ ਕਿਵੇਂ ਬੈਲੈਂਸ ਕਰੀਏ? ਜਦੋਂ ਮਨ ਅੰਦਰੋਂ ਸ਼ਾਂਤ ਹੋਏਗਾ ਤਾਂ ਹੀ ਕ੍ਰੀਏਟੀਵਿਟੀ ਵੀ ਬਾਹਰ ਆਉਂਦੀ ਹੈ। ਔਰ ਦੂਸਰੀ ਗੱਲ ਇਹ ਵੀ ਹੈ ਕਿ ਅਸੀਂ ਇੰਜੋਇਮੈਂਟ ਜਾਂ ਅਸੀਂ ਬਾਹਰ ਮੂਵੀ ਦੇਖਣ ਜਾਂਦੇ ਹਾਂ ਜਾਂ ਅਸੀਂ ਸ਼ਾਪਿੰਗ ਕਰਨ ਜਾਂਦੇ ਹਾਂ ਜਾਂ ਅਸੀਂ ਹੌਲੀਡੇਜ਼ 'ਤੇ ਚਲੇ ਜਾਂਦੇ ਹਾਂ, ਉਹ ਐਕਚੁਅਲੀ ਅਸੀਂ ਕਿਉਂ ਜਾਂਦੇ ਹਾਂ? ਕਿਉਂਕਿ ਅਸੀਂ ਕਿੰਨੀ ਵਾਰੀ ਕੰਮ ਤੋਂ ਬਹੁਤ ਜ਼ਿਆਦਾ ਸਟ੍ਰੈਸਡ ਆਊਟ ਹੋ ਜਾਂਦੇ ਹਾਂ, ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਕ ਚੇਂਜ ਚਾਹੀਦਾ ਹੈ ਹੁਣ ਲਾਈਫ ਵਿੱਚ, ਪਰ ਅਸੀਂ 10 ਦਿਨ ਮੰਨ ਲਓ ਹੌਲੀਡੇਜ਼ ਤੋਂ ਵੀ ਹੋ ਕੇ ਆਏ, ਪਰ 10 ਦਿਨ ਬਾਅਦ ਅਸੀਂ ਵਾਪਸ ਉਸੇ ਮਾਹੌਲ ਵਿੱਚ ਵਾਪਸ ਆਉਣਾ ਹੈ। ਤੇ ਅਸੀਂ ਕੀ ਕਰਨਾ ਹੈ ਕਿ ਬਾਹਰੋਂ ਜਿਹੜੀ ਮਟੀਰੀਅਲਿਸਟਿਕ ਵਰਲਡ ਹੈ ਉਹਦੇ ਤੋਂ ਆਪਣੀ ਜਿਹੜੀ ਅੰਦਰ ਕਮੀ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਐਕਚੁਅਲੀ ਉਹ ਸਕਸੈਸ ਹੋ ਨਹੀਂ ਪਾਉਂਦੀ ਹੈ। ਉਹ ਟੈਂਪਰੇਰੀ ਖੁਸ਼ੀ ਲਈ ਹੁੰਦਾ ਹੈ, ਰਾਈਟ। ਤਾਂ ਅਗਰ ਅਸੀਂ ਐਕਚੁਅਲੀ ਅੰਦਰ ਦੀ ਜਿਹੜੀ ਕਮੀ ਹੈ ਉਹਨੂੰ ਪੂਰੀ ਕਰਾਂਗੇ ਤੇ ਅਸੀਂ ਬੇਸ਼ੱਕ ਬਾਹਰ ਹੌਲੀਡੇਜ਼ ਤੇ ਵੀ ਜਾਂਦੇ ਹਾਂ, ਅਸੀਂ ਮੂਵੀ ਦੇਖਣ ਜਾਵਾਂਗੇ, ਫਰੈਂਡਸ ਨਾਲ ਇੰਜੋਏ ਕਰਾਂਗੇ, ਘੁੰਮਾਂਗੇ ਫਿਰਾਂਗੇ, ਗਾਣਾ ਨੱਚਣਾ ਸਭ ਕੁਝ ਕਰ ਸਕਦੇ ਹਾਂ, ਪਰ ਇੱਕ ਅੰਦਰ ਕੰਟੈਂਟਮੈਂਟ ਹੋਏਗੀ ਔਰ ਅਸੀਂ ਉਸ ਚੀਜ਼ ਨੂੰ ਵੀ ਹੋਰ ਅੱਛੀ ਤਰ੍ਹਾਂ ਇੰਜੋਏ ਕਰ ਸਕਾਂਗੇ। ਕਿੰਨੀ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਫਰੈਂਡਸ ਨਾਲ ਹੌਲੀਡੇਜ਼ ਤੇ ਵੀ ਜਾਂਦੇ ਹਾਂ ਤੇ ਫਰੈਂਡਸ ਵੀ ਇਹੀ ਕਹਿੰਦੇ ਨੇ, ਓਹੋ ਹੁਣ ਵਾਪਸ ਜਾਣ ਦਾ ਟਾਈਮ ਆ ਗਿਆ। ਇਸ ਵਾਸਤੇ ਅਸੀਂ ਉਸ ਟਾਈਮ ਨੂੰ ਵੀ ਐਕਚੁਅਲੀ ਅੱਛੀ ਤਰ੍ਹਾਂ ਇੰਜੋਏ ਨਹੀਂ ਕਰ ਪਾਉਂਦੇ, ਇਹ ਸੋਚ ਕੇ ਕਿ ਹਾਂ ਇਹ ਖਤਮ ਹੋਣ ਵਾਲਾ ਹੈ। ਰਾਈਟ, ਬਿਲਕੁਲ ਸਹੀ। ਔਰ ਫਿਰ ਦੂਸਰੀ ਗੱਲ ਇਹ ਵੀ ਮੈਨੂੰ ਲੱਗਦੀ ਹੈ ਕਿ ਜਿਹੜੀ ਚੀਜ਼ ਸਾਨੂੰ ਹਿੰਮਤ ਦਿੰਦੀ ਹੈ ਸਪਿਰਿਚੁਅਲਿਟੀ 'ਚ, ਕਿ ਜਦੋਂ ਇੱਕ ਲਾਈਫ ਵਿੱਚ ਸਾਰਿਆਂ ਦਾ ਇੱਕ ਏਮ ਹੁੰਦਾ ਹੈ ਕਿ ਮੈਂ ਇਸ ਚੀਜ਼ ਨੂੰ ਅਚੀਵ ਕਰਨਾ ਚਾਹੁੰਦੀ ਹਾਂ। ਜਿਸ ਤਰ੍ਹਾਂ ਮੇਰਾ ਏਮ ਸੀਗਾ ਕਿ ਮੈਂ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰਾਂਗੀ, ਚਾਹੇ ਮੈਂ ਕੁਝ ਵੀ ਕਰਾਂ, ਕਿਸੇ ਵੀ ਚੀਜ਼ ਵਿੱਚ ਕਰਾਂ। ਜਦੋਂ ਅਸੀਂ ਸਪਿਰਿਚੁਅਲਿਟੀ ਨਾਲ ਜੁੜਦੇ ਹਾਂ ਤੇ ਸਾਨੂੰ ਆਪਣਾ ਇੱਕ ਹੋਰ ਜਿਹੜੀ ਹੈ ਲਾਈਫ ਦਾ ਇੱਕ ਹੋਰ ਪਹਿਲੂ ਨਜ਼ਰ ਆਉਂਦਾ ਹੈ, ਜੋ ਕਿ ਹੁੰਦਾ ਕਿ ਪਰਮਾਤਮਾ ਨਾਲ ਸਾਡਾ ਕੀ ਰਿਸ਼ਤਾ ਹੈ। ਹਾਂਜੀ, ਜਿਹੜੇ ਸਰੀਰ ਦੇ ਮਾਤਾ ਪਿਤਾ ਨੇ ਉਹ ਤਾਂ ਹੈ ਹੀ ਨੇ, ਪਰ ਜਿਹੜੇ ਪਰਮਾਤਮਾ ਨੇ ਉਹ ਵੀ ਸਾਡੇ ਪਰਮ ਪਿਤਾ ਨੇ। ਹਾਂਜੀ, ਤੇ ਉਹਦੀ ਤਰਫ ਵੀ ਸਾਨੂੰ ਇੱਕ ਰਿਸਪੌਂਸਿਬਿਲਿਟੀ ਫੀਲ ਹੁੰਦੀ ਹੈ। ਅਸੀਂ ਆਪਣੇ ਮਾਂ-ਬਾਪ ਦਾ ਤਾਂ ਨਾਮ ਰੋਸ਼ਨ ਕਰਨਾ ਹੀ ਹੈ, ਨਾਲ ਹੀ ਨਾਲ ਅਸੀਂ ਪਰਮਾਤਮਾ ਦਾ ਨਾਮ ਵੀ ਰੋਸ਼ਨ ਕਰਨਾ ਹੈ। ਬਿਲਕੁਲ। ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ, ਇੱਕ ਜੋ ਪਰਮਾਤਮਾ ਦੇ ਗਾਈਡਲਾਈਨਸ ਤੇ ਚੱਲਦੇ ਹੋਏ ਅਗਰ ਅਸੀਂ ਆਪਣੀ ਲਾਈਫ ਤੇ ਸਾਰੇ ਕੰਮ ਕਰਨੇ ਹਾਂ, ਜੋ ਵੀ ਅਸੀਂ ਇੰਜੋਏ ਕਰਨਾ ਹੈ, ਪਾਰਟੀ ਕਰਨੀ ਹੈ, ਅਗਰ ਅਸੀਂ ਉਹਦੇ ਮੁਤਾਬਿਕ ਕਰਨੇ ਹਾਂ ਤੇ ਸਾਡੀ ਲਾਈਫ ਹੋਰ ਵੀ ਜ਼ਿਆਦਾ ਖੂਬਸੂਰਤ ਹੁੰਦੀ ਰਹਿੰਦੀ ਹੈ। ਮਤਲਬ ਕਰੋ, ਸਭ ਕੁਝ ਕਰੋ, ਇੰਜੋਏ ਵੀ ਕਰੋ, ਤੁਸੀਂ ਖੇਲੋ ਵੀ, ਪੜ੍ਹਾਈ ਵੀ ਕਰੋ, ਗ੍ਰਸਤੀ 'ਚ ਵੀ ਰਹੋ, ਲੇਕਿਨ ਪਰਮਾਤਮਾ ਦਾ ਸਾਥ ਰੱਖੋ ਹਮੇਸ਼ਾ। ਔਰ ਦੂਸਰਾ ਇਹ ਵੀ ਹੈ ਕਿ ਸਾਨੂੰ ਹੁਣ ਤੱਕ ਲੱਗਦਾ ਸੀ ਅਸੀਂ ਪਰਮਾਤਮਾ ਦੀ ਹੈਲਪ ਲੈ ਲਈਏ, ਅਸੀਂ ਕੋਈ ਵੀ ਕੰਮ ਕਰਦੇ ਹਾਂ ਪਰਮਾਤਮਾ ਸਾਡੀ ਹੈਲਪ ਕਰੇਗਾ, ਪਰ ਸਪਿਰਿਚੁਅਲਿਟੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਹੈਲਪ ਕਰ ਸਕਦੇ ਹਾਂ, ਸਾਨੂੰ ਇੰਨਾ ਕੈਪੇਬਲ ਬਣਾਉਂਦੀ ਹੈ, ਕਿਉਂਕਿ ਅੰਦਰ ਪੂਰਤੀ ਹੋ ਗਈ ਨਾ, ਅੰਦਰ ਖਾਲੀਪਨ ਬਚਿਆ ਨਹੀਂ, ਮੈਂ ਭਰਪੂਰ ਹੋ ਗਈ। ਤੇ ਭਰਪੂਰ ਹੋਣ ਤੋਂ ਬਾਅਦ ਹੀ ਮੈਂ ਕਿਸੇ ਨੂੰ ਦੇ ਸਕਾਂਗੀ।
ਰਾਈਟ ਔਰ ਇੰਨਾ ਉੱਚਾ ਉਠਾ ਦਿੰਦੀ ਹੈ ਸਪਿਰਿਚੁਅਲਿਟੀ ਕਿ ਅਸੀਂ ਆਪਣੇ ਆਪ ਨੂੰ ਇੰਨਾ ਵੀ ਕੈਪੇਬਲ ਸਮਝਣ ਲੱਗਦੇ ਹਾਂ ਕਿ ਅਸੀਂ ਪਰਮਾਤਮਾ ਦੇ ਵੀ ਕੰਮ ਆ ਸਕਦੇ ਹਾਂ। ਬਿਲਕੁਲ। ਮੈਂ ਸੁਣਿਆ ਕਿ ਤੁਸੀਂ ਗਾਉਂਦੇ ਬਹੁਤ ਅੱਛਾ ਹੋ, ਤੁਸੀਂ ਬਹੁਤ ਜ਼ਿਆਦਾ ਕ੍ਰੀਏਟਿਵ ਹੋ, ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਕੁਝ ਅੱਛਾ ਜਿਹਾ ਆਧਿਆਤਮਿਕਤਾ ਤੋਂ ਰਿਲੇਟਡ ਕੋਈ ਅੱਛਾ ਜਿਹਾ ਇੱਕ ਗੀਤ ਸਾਨੂੰ ਸੁਣਾਓ। ਠੀਕ ਹੈ, ਮੈਂ ਗੁਰਬਾਣੀ ਦੀ 4 ਲਾਈਨਾਂ ਤੁਹਾਨੂੰ ਸੁਣਾਉਣਾ ਚਾਹਾਂਗੀ ਜੋ ਹਾਂਜੀ। ਕਿ ਨਾਲ ਰਿਲੇਟ ਵੀ ਕਰੇਗਾ ਕਿ ਕਿਸ ਤਰ੍ਹਾਂ ਅਸੀਂ ਪਰਮਾਤਮਾ ਨੂੰ ਭੁੱਲ ਗਏ ਔਰ ਹੁਣ ਹਾਂਜੀ। ਵਾਪਸ ਤੂੰ ਭੁੱਲ ਗਇਓ ਵੈਦੇ ਪੈ ਗਇਓ ਹਨੇਰੇ ਤੂੰ ਸੁਨ ਮਨ ਗਾਫਰ ਉੱਠ ਜਾਗ ਸਵੇਰੇ ਕੀ ਕਹਿ ਕੇ ਆਏ ਕੀ ਕਰਮ ਨੇ ਤੇਰੇ ਤੂੰ ਸੁਨ ਮਨ ਗਾਫਰ। ਬਹੁਤ ਸੁੰਦਰ, ਬਹੁਤ 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 ਸੁੰਦਰ। ਜਿੰਨਾ ਸੁੰਦਰ ਤੁਹਾਡੀ ਆਵਾਜ਼ ਹੈ ਉਨਾ ਹੀ ਸੁੰਦਰ ਤੁਹਾਡਾ ਮਨ ਵੀ ਹੈ। ਅੱਜ ਇਸ ਪ੍ਰੋਗਰਾਮ 'ਚ ਆ ਕੇ ਤੁਸੀਂ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਅੱਜ ਦਾ ਜੋ ਸਾਡਾ ਐਪੀਸੋਡ ਹੋਇਆ ਉਹ ਹੋਇਆ ਕਿ ਜਦੋਂ ਅਸੀਂ ਆਧਿਆਤਮਿਕਤਾ ਨਾਲ ਜੁੜਨੇ ਹਾਂ ਤੇ ਸਾਡਾ ਜੀਵਨ ਕਿਵੇਂ ਇੱਕ ਬਦਲਾਵ ਦੀ ਤਰਫ ਚਲਾ ਜਾਂਦਾ ਹੈ, ਔਰ ਧੀਰੇ ਧੀਰੇ ਸਾਡੇ ਜੀਵਨ 'ਚ ਜੋ ਵੀ ਚੇਂਜਸ ਹੁੰਦੇ ਨੇ ਉਹ ਸਾਡੇ ਰੋਜ਼ਮर्रा ਦੀ ਜ਼ਿੰਦਗੀ 'ਚ ਸਾਨੂੰ ਕਿਵੇਂ ਕੰਮ ਆਉਂਦੇ ਨੇ। ਜਿਵੇਂ ਸਿਸਟਰ ਆਰਤੀ ਨੇ ਆਪਣੀ ਜ਼ਿੰਦਗੀ ਚੇਂਜ ਕੀਤੀ ਆਧਿਆਤਮਿਕਤਾ ਦੇ ਨਾਲ ਜੁੜ ਕੇ, ਐਵੇਂ ਬਹੁਤ ਸਾਰੇ ਹਜ਼ਾਰਾਂ ਲੋਕ ਨੇ ਜੋ ਆਪਣੀ ਜ਼ਿੰਦਗੀਆਂ ਨੂੰ ਚੇਂਜ ਕਰ ਰਹੇ ਨੇ। ਇਸ ਲਈ ਸਹੀ ਸਮੇਂ 'ਤੇ ਇਹ ਤੁਸੀਂ ਰਿਅਲਾਈਜ਼ ਕਰ ਲਓ ਔਰ ਆਪਣੇ ਆਪ ਨੂੰ ਆਪਣੇ ਅੰਦਰ ਸਪਿਰਿਚੁਅਲਿਟੀ ਦਾ ਜੋ ਦੀਆ ਹੈ ਉਹ ਜਗਾ ਲਓ, ਅਤੇ ਆਪਣੇ ਆਪ ਜੀਵਨ 'ਚ ਜਿੰਨੇ ਵੀ ਤੁਹਾਡੀਆਂ ਪ੍ਰੋਬਲਮਸ ਨੇ ਉਹਨਾਂ ਨਾਲ ਲੜਨ ਦੀ ਐਟਲੀਸਟ ਤੁਹਾਨੂੰ ਹਿੰਮਤ ਤਾਂ ਜ਼ਰੂਰ ਮਿਲ ਜਾਏਗੀ। ਫਿਰ ਮਿਲਾਂਗੇ ਅਗਲੀ ਕੜੀ 'ਚ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕਾਲੀਵੁੱਡ ਸਟੂਡੀਓ ਸ਼ਾਂਤੀਵਨ, ਮੋਬਾਈਲ ਨੰਬਰ 8094913487, ਈਮੇਲ punjabi.gws@gmail.com।